ਹੈਲੋ ਸਟੂਡੈਂਟਸ। ਇਸ ਤੋਂ ਪਹਿਲਾਂ ਆਪਾਂ ਕੰਟੀਨਿਊਟੀ ਦੇ 8 ਲੈਕਚਰ ਕਰ ਚੁੱਕੇ ਹਾਂ। ਹੁਣ ਕੰਟੀਨਿਊਟੀ 'ਚ ਅੱਗੇ ਵਧਣ ਲਈ ਆਪਾਂ ਨੂੰ ਥੋੜਾ ਕੁਝ ਹੋਰ ਗੱਲਾਂ ਸਮਝਣੀਆਂ ਪੈਣਗੀਆਂ, ਤਾਂ ਆਪਾਂ ਕਰਨ ਜਾ ਰਹੇ ਹਾਂ ਲੈਕਚਰ 9ਵਾਂ। ਇਹਦੇ 'ਚ ਐਲਜਬਰਾ ਆਫ ਫੰਕਸ਼ਨਸ ਬਾਰੇ ਸਿੱਖਾਂਗੇ ਕਿ ਐਲਜਬਰਾ ਆਫ ਫੰਕਸ਼ਨਸ ਕੀ ਹੁੰਦਾ, ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਟਰਮਸ ਆ ਜਿਹੜੀਆਂ ਉਹ ਹੋਰ ਵਧੀਆ ਤਰੀਕੇ ਨਾਲ ਸਮਝ ਆ ਜਾਣ। ਤਾਂ ਦੇਖੋ ਕੀ ਹੈ, ਲੈਟ ਐਫ ਐਂਡ ਜੀ ਬੀ ਟੂ ਰੀਅਲ ਫੰਕਸ਼ਨਸ ਵਿਦ ਡੋਮੇਨਸ ਡੀ ਐਫ ਐਂਡ ਡੀ ਜੀ ਰਿਸਪੈਕਟਿਵਲੀ। ਦੋ ਫੰਕਸ਼ਨਸ ਹੈ ਰੀਅਲ ਫੰਕਸ਼ਨਸ, ਮਤਲਬ ਜਿਨ੍ਹਾਂ ਦੀ ਡੋਮੇਨ ਵੀ ਰੀਅਲ ਹੈ, ਰੇਂਜ ਵੀ ਰੀਅਲ ਹੈ, ਸਭ ਕੁਛ ਰੀਅਲ ਹੈ, ਕੋਡੋਮੇਨ ਵੀ ਰੀਅਲ ਹੈ। ਤਾਂ ਐਫ ਫੰਕਸ਼ਨ ਦੀ ਡੋਮੇਨ ਹੈਗੀ ਡੀ ਐਫ, ਜੀ ਫੰਕਸ਼ਨ ਦੀ ਡੋਮੇਨ ਹੈ ਡੀ ਜੀ। ਜਦੋਂ ਵੀ ਆਪਾਂ ਅੱਗੇ ਦੋ ਫੰਕਸ਼ਨਸ ਦੀ ਗੱਲ ਕਰਦੇ ਹਾਂ, ਉਹਨਾਂ ਦੇ ਸਮ ਦੀ, ਡਿਫਰੈਂਸ ਦੀ, ਪ੍ਰੋਡਕਟ ਦੀ, ਕੋਸ਼ੈਂਟ ਦੀ, ਤਾਂ ਉਹਦੇ 'ਚ ਆਪਾਂ ਨੂੰ ਸਾਂਝੀ ਡੋਮੇਨ ਕੱਢਣੀ ਪੈਂਦੀ ਹੈ। ਤਾਂ ਇੱਥੇ ਲਿਖਿਆ ਕਿ ਡੀ ਜਿਹੜੀ ਕੈਪੀਟਲ ਹੈ ਉਹ ਕੀ ਹੈ, ਇਹਨਾਂ ਦੋਨਾਂ ਦੀ ਇੰਟਰਸੈਕਸ਼ਨਲ ਡੋਮੇਨ, ਮਤਲਬ ਸਾਂਝੀ ਡੋਮੇਨ। ਤੇ ਉਹ ਕੀ ਹੈ, ਫਾਈ ਨਹੀਂ ਹੋਣੀ ਚਾਹੀਦੀ, ਮਤਲਬ ਖਾਲੀ ਨਾ ਹੋਵੇ, ਕੁਛ ਨਾ ਕੁਛ ਉਹਨਾਂ 'ਚ ਸਾਂਝਾ ਜ਼ਰੂਰ ਹੋਣਾ ਚਾਹੀਦਾ, ਫਿਰ ਹੀ ਅੱਗੇ ਵਾਲੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਤਾਂ ਪਹਿਲੀ ਗੱਲ ਹੈ ਸਮ ਫੰਕਸ਼ਨ। ਸਮ ਫੰਕਸ਼ਨ ਨੂੰ ਡਿਨੋਟ ਕੀਤਾ ਜਾਂਦਾ ਐਫ ਪਲਸ ਜੀ ਨਾਲ। ਡਿਫਾਈਨ ਇਸ ਤਰ੍ਹਾਂ ਕੀਤਾ ਜਾਂਦਾ ਐਫ ਪਲਸ ਜੀ, ਜਿਵੇਂ ਵੀ ਕੋਈ ਫੰਕਸ਼ਨ ਹੁੰਦਾ ਤਾਂ ਉਹਨੂੰ ਕੋਈ ਐਲੀਮੈਂਟ ਆਪਾਂ ਐਕਸ ਦੇ ਦਿੰਦੇ ਹਾਂ। ਤਾਂ ਇਹਨੂੰ ਅੱਗੇ ਮੂਵ ਕਰਾਉਣ ਦਾ ਤਰੀਕਾ ਆਪਾਂ ਨੂੰ ਸਮ ਫੰਕਸ਼ਨ 'ਚ ਸਿਖਾਇਆ ਜਾਂਦਾ ਹੈ ਕਿ ਇਹਨੂੰ ਇਸ ਤਰ੍ਹਾਂ ਲਿਖੋ, ਐਫ ਆਫ ਐਕਸ ਪਲਸ ਜੀ ਆਫ ਐਕਸ। ਇਹਨੂੰ ਇਸ ਤਰ੍ਹਾਂ ਨਹੀਂ ਬੋਲਣਾ ਆਪਾਂ ਕਿ ਬ੍ਰੈਕਟ ਓਪਨ ਕੀਤੀ ਹੈ। ਇਸ ਸਮ ਫੰਕਸ਼ਨ ਨੂੰ ਲਿਖਣ ਦਾ ਤਰੀਕਾ ਹੈ, ਨਾ ਕਿ ਬ੍ਰੈਕਟ ਓਪਨ ਕਰਨ ਦਾ। ਇਹ ਕਿਹਦੇ ਤੇ ਕੰਮ ਕਰੇਗਾ ਸਮ ਫੰਕਸ਼ਨ, ਸਾਂਝੀ ਡੋਮੇਨ ਤੇ। ਇਸੇ ਕਰਕੇ ਆਪਾਂ ਲਿਖਿਆ ਵਿਦ ਡੋਮੇਨ ਡੀ, ਕਿਉਂਕਿ ਦੋ ਫੰਕਸ਼ਨਸ ਜਦੋਂ ਵੀ ਇਕੱਠੇ ਹੁੰਦੇ ਆ ਤਾਂ ਉਹਨਾਂ ਦੀ ਡੋਮੇਨ ਕਿਹੜੀ ਰਹਿੰਦੀ ਹੈ, ਜਿਹੜੀ ਇਹਨਾਂ ਦੀ ਸਾਂਝੀ ਡੋਮੇਨ ਹੈ। ਡਿਫਰੈਂਸ ਆਫ ਫੰਕਸ਼ਨ ਦੀ ਗੱਲ ਕਰੀਏ ਤਾਂ ਇਹਨੂੰ ਡਿਨੋਟ ਕਰਨਾ ਆਪਾਂ ਐਫ ਮਾਈਨਸ ਜੀ ਨਾਲ, ਕਿਉਂਕਿ ਡਿਫਰੈਂਸ ਹੈ। ਡਿਫਾਈਨ ਇਸ ਤਰ੍ਹਾਂ ਕੀਤਾ ਜਾਂਦਾ ਐਫ ਮਾਈਨਸ ਜੀ ਆਫ ਐਕਸ, ਤਾਂ ਉਸੇ ਤਰ੍ਹਾਂ ਹੀ ਐਫ ਆਫ ਐਕਸ ਫਿਰ ਮਾਈਨਸ ਜੀ ਆਫ ਐਕਸ। ਇਹ ਜਿਹੜਾ ਫੰਕਸ਼ਨ ਹੈ ਡਿਫਰੈਂਸ ਫੰਕਸ਼ਨ ਕਿਹੜੀ ਡੋਮੇਨ ਤੇ ਕੰਮ ਕਰੇਗਾ, ਜਿਹੜੀ ਇਹਨਾਂ ਦੀ ਸਾਂਝੀ ਡੋਮੇਨ ਹੈ ਡੀ। ਪ੍ਰੋਡਕਟ ਫੰਕਸ਼ਨ, ਪ੍ਰੋਡਕਟ ਫੰਕਸ਼ਨ ਨੂੰ ਡਿਫਾਈਨ ਕੀਤਾ ਜਾਂਦਾ, ਡਿਨੋਟ ਕੀਤਾ ਜਾਂਦਾ ਐਫ ਇੰਟੂ ਜੀ ਨਾਲ। ਤੇ ਡਿਫਾਈਨ ਇਸ ਤਰ੍ਹਾਂ ਕਰਾਂਗੇ, ਐਫ ਇੰਟੂ ਜੀ ਆਫ ਐਕਸ ਇਜ਼ ਇਕੁਅਲ ਟੂ ਐਫ ਆਫ ਐਕਸ ਇੰਟੂ ਜੀ ਆਫ ਐਕਸ। ਇਹ ਵੀ ਕੰਮ ਕਰੇਗਾ ਆਪਦੀ ਸਾਂਝੀ ਡੋਮੇਨ ਤੇ ਵਿਦ ਕਾਮਨ ਡੋਮੇਨ ਡੀ। ਕਿਹੜਾ ਫੰਕਸ਼ਨ, ਪ੍ਰੋਡਕਟ ਫੰਕਸ਼ਨ। ਕੋਸ਼ੈਂਟ ਫੰਕਸ਼ਨ ਡਿਨੋਟ ਕਿਸ ਤਰ੍ਹਾਂ ਕਰਾਂਗੇ, ਐਫ ਬਾਈ ਜੀ ਨਾਲ, ਜਾਂ ਜੀ ਬਾਈ ਐਫ ਵੀ ਬੋਲ ਸਕਦੇ ਹਾਂ। ਡਿਫਾਈਨਡ ਬਾਏ ਐਫ ਬਾਈ ਜੀ ਨੂੰ ਐਲੀਮੈਂਟ ਦੇਤਾ ਐਕਸ, ਤਾਂ ਇਹਨੂੰ ਅਗਲੇ ਸਟੈਪ ਤੇ ਆਪਾਂ ਕੀ ਲਿਖ ਸਕਦੇ ਹਾਂ, ਐਫ ਆਫ ਐਕਸ ਤੇ ਜੀ ਆਫ ਐਕਸ ਵਿਦ ਡੋਮੇਨ। ਹੁਣ ਇਹਦੇ ਤੇ ਧਿਆਨ ਰੱਖਣਾ, ਦੋ ਫੰਕਸ਼ਨ ਤਾਂ ਆ ਰਹੇ ਹੈ, ਫਿਰ ਆਪਾਂ ਸਿੱਧਾ ਨਹੀਂ ਲਿਖਣਾ ਕਿ ਇਹ ਆਪਦੀ ਕਾਮਨ ਡੋਮੇਨ ਤੇ ਕੰਮ ਕਰੇਗਾ ਡੀ ਤੇ। ਕਿਉਂ, ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਜੀ ਆਫ ਐਕਸ ਹੈ ਜਿਹੜਾ ਉਹ ਜ਼ੀਰੋ ਨਾ ਹੋਵੇ, ਕਿਉਂਕਿ ਇਹ ਡਿਨੋਮੀਨੇਟਰ 'ਚ ਆ ਗਿਆ। ਤਾਂ ਇੱਥੇ ਲਿਖਾਂਗੇ ਕਿ ਇਹ ਜਿਹੜਾ ਫੰਕਸ਼ਨ ਹੈ ਕੋਸ਼ੈਂਟ ਫੰਕਸ਼ਨ, ਕੰਮ ਕਿੱਥੇ ਕਰੇਗਾ, ਡੋਮੇਨ ਡੀ ਤੇ, ਪਰ ਉਹਨਾਂ ਵੈਲਿਊਜ਼ ਨੂੰ ਛੱਡ ਕੇ। ਤੇ ਦੇਖ ਲਿਆ ਮੈਂ ਲਿਖਿਆ ਮਾਈਨਸ ਜੀ ਆਫ ਐਕਸ ਇਜ਼ ਇਕੁਅਲ ਟੂ ਜ਼ੀਰੋ, ਮਤਲਬ ਇਹਦੀ ਡੋਮੇਨ ਡੀ ਰਹੇਗੀ, ਪਰ ਉਹਨਾਂ ਵੈਲਿਊਜ਼ ਨੂੰ ਛੱਡਣਾ ਪਊਗਾ ਜਿੱਥੇ ਸਾਡਾ ਡਿਨੋਮੀਨੇਟਰ ਜ਼ੀਰੋ ਬਣਦਾ। ਤਾਂ ਇਹ ਸਾਰੀ ਡੋਮੇਨ ਬਣ ਗਈ ਉਹਦੀ ਡੀ ਮਾਈਨਸ ਕਰਲੀ ਬ੍ਰੈਕਟ ਦੇ ਅੰਦਰ ਜੀ ਆਫ ਐਕਸ ਇਜ਼ ਇਕੁਅਲ ਟੂ ਜ਼ੀਰੋ। ਨੈਕਸਟ ਪਾਵਰ ਫੰਕਸ਼ਨ। ਪਾਵਰ ਫੰਕਸ਼ਨ ਨੂੰ ਆਪਾਂ ਡਿਨੋਟ ਕਰਦੇ ਹਾਂ ਐਫ ਦੀ ਪਾਵਰ ਐਨ ਨਾਲ। ਡਿਫਾਈਨ ਇਸ ਤਰ੍ਹਾਂ ਕੀਤਾ ਜਾਵੇਗਾ, ਐਫ ਦੀ ਪਾਵਰ ਐਨ ਨੂੰ ਜਦੋਂ ਐਲੀਮੈਂਟ ਦਿੱਤਾ ਐਕਸ, ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ ਅੱਗੇ ਐਫ ਆਫ ਐਕਸ ਸਾਰੇ ਦੀ ਪਾਵਰ ਐਨ ਵਿਦ ਡੋਮੇਨ। ਹੁਣ ਫੰਕਸ਼ਨ ਦੇਖੋ ਕੱਲਾ ਹੈ ਐਫ, ਇੱਥੇ ਆਪਾਂ ਗਲਤੀ ਨਹੀਂ ਕਰਨੀ ਵੀ ਆਪਾਂ ਲਿਖ ਦਈਏ ਵਿਦ ਡੋਮੇਨ ਡੀ, ਡੀ ਨਹੀਂ ਕੰਮ ਕਰੂਗੀ ਕਿਉਂਕਿ ਇੱਥੇ ਕਿਹੜਾ ਜੀ ਹੈਗਾ। ਤਾਂ ਇੱਥੇ ਆਪਾਂ ਲਿਖਾਂਗੇ ਵਿਦ ਡੋਮੇਨ ਡੀ ਐਫ, ਮਤਲਬ ਇਹਦੀ ਡੋਮੇਨ ਉਹੀ ਰਹੇਗੀ ਜਿਹੜੀ ਐਫ ਦੀ ਡੋਮੇਨ ਹੈ, ਕਿਉਂਕਿ ਇਹ ਵੀ ਇਕੱਲਾ ਐਫ ਦੀ ਪਾਵਰ ਐਨ ਹੈ। ਰੈਸੀਪ੍ਰੋਕਲ ਫੰਕਸ਼ਨ, ਇਹਨੂੰ ਡਿਨੋਟ ਕੀਤਾ ਜਾਂਦਾ 1 ਓਵਰ ਐਫ। ਰੈਸੀਪ੍ਰੋਕਲ ਮਤਲਬ ਉਲਟਾ ਕਰਨਾ ਹੈ, ਤਾਂ ਐਫ ਦਾ ਉਲਟਾ 1 ਬਾਏ ਐਫ ਹੋ ਜਾਏਗਾ, ਜੀ ਦਾ ਉਲਟਾ ਜੇ ਕਰਨਾ ਚਾਹੁੰਦੇ ਤਾਂ 1 ਬਾਏ ਜੀ ਹੋ ਜਾਊਗਾ। ਡਿਫਾਈਨਡ ਬਾਏ 1 ਬਾਏ ਐਫ ਨੂੰ ਐਲੀਮੈਂਟ ਦਿੱਤਾ ਐਕਸ, ਅਗਲੇ ਸਟੈਪ ਤੇ ਕੀ ਲਿਖਾਂਗੇ 1 ਅਪੋਨ ਐਫ ਆਫ ਐਕਸ ਵਿਦ ਡੋਮੇਨ। ਹੁਣ ਇੱਥੇ ਵੀ ਧਿਆਨ ਰੱਖਣਾ ਹੈ, ਇੱਥੇ ਡੀ ਡੋਮੇਨ ਤਾਂ ਬਿਲਕੁਲ ਨਹੀਂ ਆ ਸਕਦੀ ਕਿਉਂਕਿ ਜੀ ਤਾਂ ਹੈ ਹੀ ਨਹੀਂ ਨਾਲ, ਐਫ ਤੇ ਜੀ ਹੋਣ ਫਿਰ ਆਪਾਂ ਡੀ ਡੋਮੇਨ ਦੀ ਗੱਲ ਕਰਦੇ ਹਾਂ। ਇੱਥੇ ਇਕੱਲਾ ਫੰਕਸ਼ਨ ਕੀ ਹੈ ਐਫ, ਤਾਂ ਇੱਥੇ ਆਪਾਂ ਨੂੰ ਐਫ ਦੀ ਡੋਮੇਨ ਦੀ ਗੱਲ ਕਰਨੀ ਪਊਗੀ, ਪਰ ਉਹਦੇ ਨਾਲ ਹੀ ਉਹਨਾਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਜਿੱਥੇ ਇਹ ਜ਼ੀਰੋ ਬਣਦਾ, ਉਹਨਾਂ ਨੂੰ ਹਟਾਉਣਾ ਪਊਗਾ ਡੀ ਐਫ ਚੋਂ। ਕੱਲਾ ਇਹ ਨਹੀਂ ਲਿਖ ਸਕਦੇ ਕਿ ਵਿਦ ਡੋਮੇਨ ਡੀ ਐਫ, ਉਹ ਗਲਤ ਹੋ ਜਾਊਗਾ, ਕਿਉਂਕਿ ਡੋਮੇਨ ਡੀ ਐਫ ਪੂਰੀ ਨਹੀਂ ਚੱਲੂਗੀ ਇੱਥੇ,
ਉਹ ਵੈਲਿਊਜ਼ ਮਾਈਨਸ ਕਰਨੀਆਂ ਪੈਣਗੀਆਂ, ਛੱਡਣੀਆਂ ਪੈਣਗੀਆਂ ਜਿੱਥੇ डिनोमीनेटर 0 है। तो डोमेन ही बन गई सारी डी ऑफ एफ माइनस करली ब्रैकेट के अंदर एफ ऑफ एक्स इज इक्वल टू 0, मतलब एफ की डोमेन चो वो सब कुछ छड्ड दो जिथे एफ ऑफ एक्स 0 बनता है। नैक्सट स्केलर मल्टीपल फंक्शन। स्केलर मल्टीपल नूं डिनोट करांगे बाय सी एफ, मतलब फंक्शन नूं की कीता किसी स्केलर नाल मल्टीप्लाई करता, जिवें इत्थे सी अपना स्केलर है। डिफाइन किस तरह किया जाएगा, सी ऑफ एफ नूं एलीमेंट देता एक्स, सी नूं बाहर रखता क्योंकि फंक्शन नहीं वर्क करना एक्स ते, तो आ जाएगा एफ ऑफ एक्स विद डोमेन। हुण इहदे च कोई डिनोमीनेटर की कोई प्रॉब्लम नहीं, फंक्शन भी सिंगल है, तो ये लिए डोमेन डी नहीं यूज़ करनी क्योंकि इत्थे जी तो है ही नहीं नाल, की यूज़ करनी है डोमेन एफ वाली, तो कुछ माइनस करने की भी जरूरत नहीं क्योंकि सब कुछ न्यूमरेटर च है। थैंक्स फॉर वॉचिंग।